ਹੈਲੋ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਕਰਨ ਜਾ ਰਹੇ ਹਾਂ ਕੈਮਿਸਟਰੀ ਦਾ ਸੋਲਿਡ ਸਟੇਟ ਦਾ ਚੈਪਟਰ। ਤਾਂ ਪਹਿਲਾਂ ਆਪਾਂ ਸੋਲਿਡ ਸਟੇਟ ਦੇ ਵਿੱਚ ਪੜ੍ਹਾਂਗੇ ਜਰਨਲ ਕਰੈਕਟਰਿਸਟਿਕਸ ਆਫ ਸੋਲਿਡ, ਐਮਫੋਰੀਅਸ ਐਂਡ ਕ੍ਰਿਸਟਲਾਈਨ ਸੋਲਿਡ, ਇਹਦੇ ਬਾਰੇ ਪੜ੍ਹਾਂਗੇ। ਫਿਰ ਆਪਾਂ ਪੜ੍ਹਾਂਗੇ ਕਲਾਸੀਫਿਕੇਸ਼ਨ ਆਫ ਕ੍ਰਿਸਟਲਾਈਨ ਸੋਲਿਡ, ਕ੍ਰਿਸਟਲ ਲੈਟਿਸ ਤੇ ਜੁੰਟ ਸੈੱਲ, ਕਲੋਜ਼ ਪੈਕਿੰਗ ਸਟਰਕਚਰ ਇਹਦੇ ਬਾਰੇ। ਫਿਰ ਪੈਕਿੰਗ ਐਫੀਸ਼ੈਂਸੀ, ਕੈਲਕੂਲੇਸ਼ਨ ਕਿਹੜੀਆਂ ਜੁੰਟ ਸੈੱਲ ਡਿਮੈਂਸ਼ਨ ਦੀਆਂ, ਅਤੇ ਇੰਫਰੈਕਸ਼ਨ ਸੋਲਿਡ ਦੇ ਵਿੱਚ ਕੀ ਆ, ਇਲੈਕਟ੍ਰੀਕਲ ਪ੍ਰੋਪਰਟੀ ਅਤੇ ਮੈਗਨੈਟਿਕ ਪ੍ਰੋਪਰਟੀ। ਇਹੀ ਆਪਣੇ ਮਾਸਟਰ ਕੈਡਰ ਦੇ ਸਿਲੇਬਸ ਦੇ ਵਿੱਚ ਹੈਗਾ, ਅਤੇ ਇਹਦੇ ਬਾਰੇ ਆਪਾਂ ਆਹ ਸਾਰੀਆਂ ਵੀਡੀਓ ਵਿੱਚ ਆਪਾਂ ਪੜ੍ਹ ਲਾਂਗੇ। ਤੁਹਾਨੂੰ ਹੋਰ ਕਿਸੇ ਵੀ ਪੜ੍ਹਨ ਦੀ ਲੋੜ ਨਹੀਂ ਹੈਗੀ, ਅਤੇ ਬਾਅਦ 'ਚ ਟੈਲੀਗ੍ਰਾਮ ਚੈਨਲ 'ਤੇ ਨੋਟਸ ਵੀ ਪ੍ਰੋਵਾਈਡ ਹੋ ਜਾਣਗੇ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਸੋਲਿਡ ਸਟੇਟ ਬਾਰੇ। ਸੋਲਿਡ ਉਹ ਕੈਮੀਕਲ ਸਬਸਟੈਂਸ ਹੁੰਦਾ ਜਿਨ੍ਹਾਂ ਦੀ ਕੀ ਹੁੰਦੀ ਆ, ਡੈਫੀਨੇਟ ਸ਼ੇਪ ਹੁੰਦੀ ਆ, ਵੋਲੀਅਮ ਹੁੰਦਾ ਗਾ, ਰਿਗਿਡਿਟੀ ਹੁੰਦੀ ਆ, ਹਾਈ ਡੈਂਸਿਟੀ ਹੁੰਦੀ ਆ, ਅਤੇ ਲੋ ਕੰਪੈਰੀਬਿਲਿਟੀ ਹੁੰਦੀ ਆ। ਇਹ ਜਿਹੜੇ ਐਟਮ ਗੇ, ਮੈਲੀਕੂਲ ਜਾਂ ਐਨ ਗੇ, ਇਹ ਕੀ ਹੁੰਦਾ, ਕਲੋਜ਼ਲੀ ਕੀ ਹੁੰਦੇ ਆ, ਪੈਕ ਹੁੰਦੇ ਆ, ਅਤੇ ਹੋਲਡ ਹੁੰਦੇ ਆ ਸਟਰੋਂਗ ਫੋਰਸਿਸ ਨਾਲ। ਹੁਣ ਟਾਈਪ ਆਫ ਸੋਲਿਡ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਕ੍ਰਿਸਟਲਾਈਨ ਅਤੇ ਇੱਕ ਐਮਫੋਰੀਅਸ ਸੋਲਿਡ। ਡਿਫਰੈਂਸ ਬਿਟਵੀਨ ਕ੍ਰਿਸਟਲਾਈਨ ਐਂਡ ਐਮਫੋਰੀਅਸ ਸੋਲਿਡ, ਇਹਨਾਂ ਕੀ ਹੁੰਦਾ, ਰੈਗੂਲਰ ਅਰੇਂਜਮੈਂਟ ਹੁੰਦੀ ਆ। ਐਮਫੋਰੀਅਸ ਦੀ ਹੁੰਦੀ ਆ ਨਾਟ ਰੈਗੂਲਰ ਅਰੇਂਜਮੈਂਟ। ਇਹ ਕੀ ਹੁੰਦਾ, ਟਰੂ ਸੋਲਿਡ ਹੁੰਦੇ ਆ, ਇਹ ਸੁਪਰ ਕੋਲਡ ਲਿਕੁਇਡ ਅਤੇ ਪਸੀਡੋ ਸੋਲਿਡ ਹੁੰਦੇ ਆ। ਕ੍ਰਿਸਟਲਾਈਨ 'ਚ ਲੌਂਗ ਅਰੇਂਜਮੈਂਟ ਹੁੰਦੀ ਆ, ਇਹ 'ਚ ਸ਼ਾਰਟ ਆਰਡਰ ਅਰੇਂਜਮੈਂਟ ਹੁੰਦੀ ਆ। ਕ੍ਰਿਸਟਲਾਈਨ ਹੁੰਦੇ ਆ ਐਨਸੋਟ੍ਰੋਪਿਕ ਹੁੰਦੇ ਨੇਚਰ ਵਿੱਚ, ਇਹਨਾਂ ਫਿਜ਼ੀਕਲ ਪ੍ਰੋਪਰਟੀਆਂ ਅਲੱਗ-ਅਲੱਗ ਹੁੰਦੀਆਂ, ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ। ਅਤੇ ਆਈਸੋਟ੍ਰੋਪਿਕ ਹੁੰਦੇ, ਇਹਨਾਂ ਫਿਜ਼ੀਕਲ ਪ੍ਰੋਪਰਟੀਆਂ ਸੇਮ ਹੁੰਦੀਆਂ ਉਹਨਾਂ ਵਿੱਚ, ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ। ਇਹ ਸ਼ਾਰਪ ਮੈਲਟਿੰਗ ਪੁਆਇੰਟ ਹੁੰਦਾ, ਇਹਨਾਂ ਕੀ ਆ ਸਰਟਨ ਰੇਂਜ ਤੱਕ ਟੈਂਪਰੇਚਰ ਨੂੰ ਉੱਤੇ ਮੈਲਟ ਹੁੰਦੇ ਆ। ਕਲੀਨ ਕਲੇਵੇਜ ਹੁੰਦੇ, ਵੀ ਆਪਾਂ ਨੂੰ ਕੱਟਾਂਗੇ ਤਾਂ ਦੋਨੇ ਪਾਸੇ ਕੋਈ ਵੀ ਖੁਰਦੜਾਪਨ ਨਹੀਂ ਹੋਊਗਾ, ਜਮਾ ਸਹੀ ਕੱਟਿਆ ਜਾਊਗਾ। ਤਾਂ ਪਰ ਇਹਨਾਂ 'ਤੇ ਇਰੈਗੂਲਰ ਅਰੇਂਜਮੈਂਟ ਹੁੰਦੀ ਜਦੋਂ ਆਪਾਂ ਇਹਨਾਂ ਨੂੰ ਕੱਟਦੇ ਹਾਂ, ਇੰਫੋਰੀਅਸ ਨੂੰ। ਤਾਂ ਅਸੀਂ ਇਹ ਡਿਫਰੈਂਸ ਸੀਗਾ ਕ੍ਰਿਸਟਲਾਈਨ ਅਤੇ ਇੰਫੋਰੀਅਸ ਦੇ ਵਿੱਚ। ਤਾਂ ਹੁਣ ਆਪਣੇ ਸਿਲੇਬਸ ਦੇ ਵਿੱਚ ਨੈਕਸਟ ਪਾਰਟ ਹੈਗਾ ਗਾ ਟਾਈਪਸ ਆਫ ਕ੍ਰਿਸਟਲਾਈਨ ਸੋਲਿਡ। ਤਾਂ ਆਪਾਂ ਹੁਣ ਨੈਕਸਟ ਇਹਦੇ ਬਾਰੇ ਪੜ੍ਹਾਂਗੇ। ਤਾਂ ਆਪਾਂ ਟਾਈਪ ਆਫ ਕ੍ਰਿਸਟਲਾਈਨ ਸੋਲਿਡ 'ਚ ਪੜ੍ਹਨਾ ਗਾ ਵੀ ਇਹਨਾਂ ਕੀ ਕਰੈਕਟਰ ਗਏ। ਆਪਣੇ ਕੋਲ ਚਾਰ ਤਰ੍ਹਾਂ ਦੇ ਸੋਲਿਡ ਗਏ, ਇੱਕ ਟਾਈਨਿਕ ਸੋਲਿਡ ਆ, ਕੋਵਲੈਂਟ ਸੋਲਿਡ ਆ, ਮੋਲੀਕੂਲਰ ਸੋਲਿਡ ਆ, ਅਤੇ ਮੈਟੈਲਿਕ ਸੋਲਿਡ ਆ। ਤਾਂ ਪਹਿਲਾਂ ਆਪਾਂ ਪੜ੍ਹਾਂਗੇ ਕੌਂਸਟੀਟਿਊਐਂਟ ਪਾਰਟੀਕਲਸ, ਵੀ ਕੀ ਆ ਇਹਨਾਂ ਦੇ ਵਿੱਚ। ਐਨਿਕ ਸੋਲਿਡ ਵਿੱਚ ਹੈਗਾ ਪੋਜ਼ੀਟਿਵ ਅਤੇ ਨੈਗੇਟਿਵ ਆਇਨ, ਕੋਵਲੈਂਟ ਦੇ ਵਿੱਚ ਹੈਗਾ ਐਟਮਸ, ਮੋਲੀਕੂਲਰ ਦੇ ਵਿੱਚ ਹੈਗਾ ਮੋਲੀਕੂਲਸ। ਮੈਟੈਲਿਕ ਸੋਲਿਡ 'ਚ ਪੋਜ਼ੀਟਿਵ ਮੈਟਲ ਆਇਨਸ ਹੁੰਦੇ ਆ ਜਾਂ ਫਰੀ ਇਲੈਕਟ੍ਰੋਨ ਹੁੰਦੇ ਆ। ਨੈਕਸਟ ਹੈਗਾ ਬੌਂਡਿੰਗ ਫੋਰਸ। ਐਨਿਕ ਦੇ ਵਿੱਚ ਤਾਂ ਹੁੰਦਾ ਇਲੈਕਟ੍ਰੋਸਟੈਟਿਕ ਅਟਰੈਕਸ਼ਨ ਗੀ, ਕੋਵਲੈਂਟ ਦੇ ਵਿੱਚ ਕੋਵਲੈਂਟ ਗੀ, ਤਾਂ ਮੋਲੀਕੂਲਰ ਦੇ ਵਿੱਚ ਹੈਗੀ ਆ ਵੰਡਰਵਾਲ ਡਾਈਪੋਲ ਹੈਗੀ ਆ। ਮੈਟੈਲਿਕ ਦੇ ਵਿੱਚ ਹੁੰਦੀ ਆ ਇਲੈਕਟ੍ਰੋਸਟੈਟਿਕ ਅਟਰੈਕਸ਼ਨ ਬਿਟਵੀਨ ਪੋਜ਼ੀਟਿਵ ਅਤੇ ਪੋਜ਼ੀਟਿਵ ਆਇਨ ਅਤੇ ਨੈਗੇਟਿਵ ਸਪੀਸੀਜ਼ ਦੇ ਵਿੱਚ ਜਿਹੜਾ ਅਟਰੈਕਸ਼ਨ ਹੁੰਦੀ ਆ ਉਹਦੇ ਕਰਕੇ ਹੁੰਦਾ। ਨੈਕਸਟ ਹੈਗਾ ਮੈਲਟਿੰਗ ਪੁਆਇੰਟ। ਜਿਹੜਾ ਐਨਿਕ ਹੁੰਦਾ ਇਹਨਾਂ 'ਚ ਹਾਈ ਮੈਲਟਿੰਗ ਪੁਆਇੰਟ ਹੁੰਦਾ, ਦੂਜਿਆਂ ਵਿੱਚ ਵੈਰੀ ਹਾਈ ਮੈਲਟਿੰਗ ਪੁਆਇੰਟ ਹੁੰਦਾ ਗਾ। ਮੋਲੀਕੂਲਰ ਦੇ ਵਿੱਚ ਲੋ ਮੈਲਟਿੰਗ ਪੁਆਇੰਟ ਹੁੰਦਾ ਗਾ, ਅਤੇ ਉਹਨਾਂ 'ਚ ਹੁੰਦਾ ਮੋਡਰੇਟ ਟੂ ਹਾਈ ਮੈਲਟਿੰਗ ਪੁਆਇੰਟ। ਐਨਿਕ ਹਾਰਡ ਅਤੇ ਬ੍ਰਿਟਾਈਲ ਹੁੰਦੇ, ਵੀ ਛੇਤੀ ਟੁੱਟ ਜਾਂਦੇ ਆ। ਕੋਵਲੈਂਟ ਵੈਰੀ ਹਾਰਡ ਹੁੰਦੇ ਆ, ਇਹ ਵੈਰੀ ਸੌਫਟ ਹੁੰਦੇ ਆ, ਹਾਰਡ ਅਤੇ ਸੌਫਟ ਹੁੰਦੇ ਆ। ਐਨਿਕ ਹੁੰਦਾ ਕੰਡਕਟਰ ਇਨ ਐਕੁਅਸ ਸੋਲਿਊਸ਼ਨ ਇਨ ਮੋਲਟਨ ਸਟੇਟ ਹੁੰਦੇ ਆ। ਕੋਵਲੈਂਟ ਨੋਨ ਕੰਡਕਟਰ ਹੁੰਦੇ ਆ। ਇਨਸੂਲੇਟਰ ਕੰਡਕਟਰ ਹੁੰਦੇ ਆ, ਗੁੱਡ ਕੰਡਕਟਰ ਹੁੰਦੇ ਆ। ਐਨਿਕ ਦੀਆਂ ਐਗਜ਼ਾਮਪਲ ਹੈ ਹੈਗੀਆਂ NaCl ਅਤੇ CFA2। ਕੋਵਲੈਂਟ ਦੀਆਂ ਡਾਇਮੰਡ ਅਤੇ ਸਿਲਕਾ ਹੈਗੀਆਂ, ਇਹਦੀਆਂ ਵਾਟਰ ਅਤੇ ਕਾਰਬਨ ਡਾਈਆਕਸਾਈਡ, ਕਾਪਰ ਅਤੇ ਆਇਰਨ ਆ ਗਈ। ਤਾਂ ਨੈਕਸਟ ਆਪਾਂ ਪੜ੍ਹਨਾ ਗਾ ਸਟਰਕਚਰ ਡਿਟਰਮੀਨੇਸ਼ਨ ਆਫ ਐਕਸਰੇ ਡਿਫਰੈਕਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ ਬ੍ਰੈਕਸੋਕੇਸ਼ਨ ਵੀ ਕਹਿੰਦੇ ਹਾਂ। ਤਾਂ ਇਹ ਇਹਦੀ ਆਪਾਂ ਨੂੰ ਨਹੀਂ ਪੜ੍ਹਨੀ, ਡੈਰੀਵੇਸ਼ਨ ਨਹੀਂ ਪੜ੍ਹਨੀ, ਆਪਾਂ ਸਿੱਧਾ ਇਹਦਾ ਯਾਦ ਰੱਖਣਾ ਗਾ ਵੀ ਫਾਰਮੂਲਾ ਕੀ ਹੁੰਦਾ ਗਾ, ਕਿਉਂਕਿ ਆਹ ਡੈਰੀਵੇਸ਼ਨ ਆਪਣੇ ਪੇਪਰ 'ਚ ਨਹੀਂ ਆਉਂਦੀ ਕਦੇ ਵੀ ਕਰਨੀ। N ਲੈਮਡਾ 2D ਸਾਈਨ ਥੀਟਾ ਹੁੰਦਾ ਗਾ ਇਹਦਾ ਫਾਰਮੂਲਾ ਬ੍ਰੈਕਸੋਕੇਸ਼ਨ ਦਾ। ਤਾਂ ਜਿਹੜਾ ਲੈਮਡਾ ਹੁੰਦਾ ਉਹ ਤਾਂ ਹੁੰਦੀ ਆ ਵੇਵ ਲੈਂਥ ਐਕਸਰੇ ਦੀ, ਜਿਹੜੀ ਕ੍ਰਿਸਟਲ 'ਤੇ ਹੁੰਦੀ ਆ। ਡੀ ਕੀ ਹੁੰਦਾ ਗਾ, ਡਿਸਟੈਂਸ ਹੁੰਦਾ ਅਟੋਮਿਕ ਪਲੈਨਸ ਦੇ ਵਿੱਚ।
ਤੇ ਐਨ ਕੀ ਹੁੰਦੀ ਹੈ ਡਿਫਰੈਕਸ਼ਨ ਆਰਡਰ ਹੁੰਦਾ, ਜਿਵੇਂ 1 2 3 4 ਐ ਉਹ ਆਪਾਂ ਨੂੰ ਦਿੱਤਾ ਹੋਊਗਾ। ਥੀਟਾ ਕੀ ਐਂਗਲ ਹੁੰਦਾ ਇੰਟਰਫੇਰੈਂਸ ਤੇ, ਇਹਦੇ ਨਾਲ ਆਪਾਂ ਨੂਮੈਰੀਕਲ ਸੋਲਵ ਕਰਾਂਗੇ। ਤਾਂ ਨੈਕਸਟ ਹੈਗਾ ਜੁੰਟ ਸੈੱਲ, ਜਿਹੜਾ ਸਮਾਲੈਸਟ ਜਮੈਂਟਰੀਕਲ ਪੋਰਸ਼ਨ ਹੁੰਦਾ ਕ੍ਰਿਸਟਲ ਲੈਟਿਸ ਦਾ, ਸਮਾਲੈਸਟ ਜਮੈਂਟਰੀਕਲ ਪੋਰਸ਼ਨ ਵਿੱਚ ਕੈਨ ਵੀ ਜੋ ਰਿਪੀਟਿਵ ਜੁੰਟ ਟੂ ਬਿਲਡ ਅਪ, ਜਿਹੜੀ ਸਾਰੀ ਕ੍ਰਿਸਟਲ ਦੀ। ਜਿਵੇਂ ਹੁਣ ਆਪਾਂ ਕੋਈ ਕੰਧ ਬਣਾਉਣੇ ਤਾਂ ਇੱਟਾਂ ਨੂੰ ਜੋੜ ਜੋੜ ਕੇ ਆਪਾਂ ਉਹ ਕਰਦੇ ਹਾਂ, ਤਾਂ ਜਿਹੜੀ ਇੱਕ ਇੱਟ ਗਈ ਤਾਂ ਉਹ ਆਪਣਾ ਕੀ ਆ ਜੁੰਟ ਸੈੱਲ ਗਈ, ਤਾਂ ਉਹ ਗਾਹਾਂ ਜੁੜ ਜੁੜ ਕੇ ਇੱਟਾਂ ਇੱਕ ਕੰਧ ਬਣਾ ਦਿੰਦੇ, ਉਵੇਂ ਕੀ ਇੱਕ ਜੁੰਟ ਸੈੱਲ ਜੁੜ ਕੇ ਗਾਹਾਂ ਕੀ ਬਣਾ ਦਿੰਦਾ ਗਾ ਲੈਟਿਸ ਬਣਾ ਦਿੰਦਾ। ਨੈਕਸਟ ਹੈਗਾ ਟਾਈਪ ਆਫ ਜੁੰਟ ਸੈੱਲ, ਇਹ 4 ਟਾਈਪ ਦੇ ਹੁੰਦੇ ਆ। ਪਹਿਲਾ ਤਾਂ ਹੈਗਾ ਸਿੰਪਲ ਜੁੰਟ ਸੈੱਲ, ਜਿਹੜੇ ਪਾਰਟੀਕਲ ਪ੍ਰੈਜੈਂਟ ਹੁੰਦੇ ਉਹ ਇਕੱਲੇ ਕਾਹਤੇ ਹੁੰਦੇ ਆ ਕਾਰਨਰ 'ਤੇ ਪ੍ਰੈਜੈਂਟ ਹੁੰਦੇ ਆ। ਕਾਰਨਰ ਹੁੰਦੇ ਆਪਣੇ 8, ਸਾਰੇ 8 ਦੇ 8 ਕਾਰਨਰ 'ਤੇ ਕੀ ਹੁੰਦਾ ਇਹ ਪ੍ਰੈਜੈਂਟ ਹੁੰਦੇ ਆ। ਤਾਂ ਨੈਕਸਟ ਹੁੰਦਾ ਫੇਸ ਸੈਂਟਰ ਜੁੰਟ ਸੈੱਲ, ਇਹਦੇ ਕਾਰਨਰ 'ਤੇ ਨਾਲੇ ਕੀ ਹੁੰਦਾ ਜਿਹੜੇ ਫੇਸਿਸ 'ਤੇ ਹੁੰਦੇ ਆ ਉਹਨਾਂ 'ਤੇ ਪ੍ਰੈਜੈਂਟ ਹੁੰਦੇ ਆ। 6 ਫੇਸਿਸ ਹੁੰਦੇ ਆਪਣੇ ਕਿਊ ਜਾਂ ਕਿਊਬਿਡ ਦੇ ਵਿੱਚ, ਤਾਂ ਉਹਨਾਂ 'ਤੇ ਪ੍ਰੈਜੈਂਟ ਹੁੰਦਾ, ਤਾਂ ਕਰਕੇ ਉਹਨੂੰ ਕਹਿੰਦਾ ਫੇਸ ਸੈਂਟਰ ਜੁੰਟ ਸੈੱਲ, ਕਾਰਨਰ ਪਲੱਸ ਫੇਸ। ਕਾਰਨਰ ਤਾਂ ਹੁੰਦੇ ਆਪਣੇ 8 ਫੇਸ ਇਹ ਹੁੰਦੇ ਆ, ਐਜ ਕਿੰਨੇ ਹੁੰਦੇ ਆ 12 ਹੁੰਦੇ ਕਿਊਬ ਦੇ ਵਿੱਚ। ਨੈਕਸਟ ਹੈਗਾ ਬਾਡੀ ਸੈਂਟਰ ਜੁੰਟ ਸੈੱਲ, ਪਾਰਟੀਕਲ ਪ੍ਰੈਜੈਂਟ ਹੁੰਦਾ ਕਾਰਨਰ 'ਤੇ ਇੱਕ ਬਾਡੀ ਦੇ ਸੈਂਟਰ ਦੇ ਵਿੱਚ ਹੁੰਦਾ ਗਾ। 8 ਕਾਰਨਰ 'ਤੇ ਹੁੰਦਾ, ਇੱਕ ਬਾਡੀ ਦੇ ਸੈਂਟਰ 'ਤੇ ਹੁੰਦਾ ਗਾ, ਇਹਨੂੰ ਆਪਾਂ ਕਹਿੰਦੇ ਹਾਂ ਬਾਡੀ ਸੈਂਟਰ ਜੁੰਟ ਸੈੱਲ। ਆਦੀ ਡਾਇਗਰਾਮ ਤੁਸੀਂ ਦੇਖ ਸਕਦੇ ਹੋ। ਇਹ ਤੋਂ ਬਾਅਦ ਆ ਗਿਆ ਐਂਡ ਸੈਂਟਰ ਜੁੰਟ ਸੈੱਲ, ਇਹ 'ਚ ਪਾਰਟੀਕਲ ਪ੍ਰੈਜੈਂਟ ਹੁੰਦਾ ਕਾਰਨਰ 'ਤੇ ਵੀ, ਸੈਂਟਰ ਹੁੰਦੇ ਜਿਹੜੇ ਓਪੋਜਿਟ ਫੇਸਿਸ 'ਤੇ ਉਹਨਾਂ 'ਤੇ ਪ੍ਰੈਜੈਂਟ ਹੁੰਦਾ ਗਾ। ਜਿਵੇਂ ਆਹ ਇਹਦੀ ਆਹ ਦੇਖ ਸਕਦੇ ਹੋ।